बड़े दुख भरे दिल के नाल अज ये स्टोरी तुहाडे सामने लैके आया हाँ, क्योंकि जदों फुटेज साडे सामने आई है ਆਪਾਂ अपना फर्ज निभाते हुए सारे दर्शकों तक पहुँचानी है ताकि किधर ना किधरे वो एडमिनिस्ट्रेशन के कंन नूं भी ये जिहड़ी आवाज़ साडी पुजे। ਅਸੀਂ ਜਦੋਂ भी गुरुद्वारा साहब जाने पैर धो के अपने जराब जरूर बूट पर सारा कुछ बाहर होता है, लेकिन वो सने बूटे अंदर गया ਜਿਹੜੇ बूट पा के गया बेअदबी वो भी कुछ भी कर सकता सी। इस करके साडा बहुत ज़्यादा ਅਸੀਂ ਅੱਜ नहीं कोई कार्रवाई होई तो अगे कल ਨੂੰ ਅਸੀਂ रोड भी बंद कर सकते, मुजाहरा भी कर सकते। ਤੇ ਗੋਲਕ ਤੋਂ ਨੂੰ ਪਹਿਲੇ ਹੀ ਪਤਾ ਸੀ ਕਿ ਇੱਥੇ ਗੋਲਕ ਪਈ ਹੋਈ ਹੈ ਤੇ ਉਹ ਗੋਲਕ ਜਿਹੜੀ ਹੈ ਉਹਨੂੰ ਭਾਰੀ ਵੀ ਸੀ, ਲੇਕਿਨ ਉਹ ਚੁੱਕ ਲੈਂਦਾ ਤੇ ਮੇਨ ਗੇਟ ਤੋਂ ਲੈ ਕੇ ਤੇ ਥੱਲੇ ਸੱਟ ਦਿੰਦਾ ਤੇ ਬਾਅਦ ਚ ਚੁੱਕ ਕੇ ਤੇ ਲੈ ਜਾਂਦਾ। ਕਿ ਅਗਰ ਪੁਲਿਸ ਨੂੰ ਪਹਿਲੇ ਵੀ ਪਤਾ, ਪਹਿਲੇ ਵੀ ਉਹਨੇ ਇੱਕ ਅੱਧੇ ਵਾਰੀ ਪਕੜਿਆ ਉਹਨੂੰ, ਫਿਰ ਉਹਨੂੰ ਤੁਸੀਂ ਰਿਲੀਜ਼ ਕਿਉਂ ਕਰਦੇ ਹੋ ਤਾਂ ਕਿ ਉਹ ਹੋਰ ਗੁਰਦੁਆਰਿਆਂ 'ਚ ਜਾਣ, ਹੋਰ ਮੰਦਰਾਂ 'ਚ ਜਾਣ, ਬੇਅਦਬੀ ਕਰੇ। ਅਸੀਂ ਕੱਲ੍ਹ ਜੋ ਵਿਸਾਖੀ ਦਾ ਦਿਨ ਸੀ ਬੜੇ ਖੁਸ਼ੀਆਂ ਅਤੇ ਚਾਅ ਨਾਲ ਮਨਾ ਰਹੇ ਸੀ। ਪੂਰਾ ਲੰਗਰ ਸਮਾਪਤੀ ਹੋਣ ਤੋਂ ਬਾਅਦ ਸਾਡੀ ਸੰਗਤ ਜਿਹੜੀ ਹੈ, ਸੇਵਾਦਾਰ ਜਿਹੜੇ ਨੇ ਉਹ ਬਰਤਨ ਵਗੈਰਾ ਦੀ ਸਫਾਈ ਕਰ ਰਹੇ ਸਨ। ਇਨ ਦਾ ਮੀਨ ਟਾਈਮ ਜਿਹੜਾ ਛਾਤਰ ਚੋਰ ਹੈ ਉਹ ਮੌਕੇ ਦਾ ਫਾਇਦਾ ਦੇਖਦੇ ਹੋਏ ਸਭ ਤੋਂ ਪਹਿਲੇ 5-5:30 ਵਜੇ ਉਸਨੇ ਇੱਕ ਜਿਸ ਦੇ ਵਿੱਚ ਅਸੀਂ ਪਿੰਗਲਵਾੜੇ ਦੀ ਮਾਇਆ ਸੰਗਤ ਪਾਉਂਦੀ ਹੈ ਉਸ ਨੂੰ ਮੌਕੇ ਦਾ ਫਾਇਦਾ ਦੇ ਕੇ ਉਸਨੇ ਉਹ ਤੋੜੀ ਹੈ। ਉਸ ਤੋਂ ਬਾਅਦ ਫਿਰ ਰਾਤ ਨੂੰ ਤਕਰੀਬਨ ਉਹ 1 ਵਜੇ ਆਇਆ, ਸਕੂਟੀ ਤੇ ਆਇਆ। ਅਸੀਂ ਗੌਰਮੈਂਟ ਨੂੰ ਅਪੀਲ ਕਰਦੇ ਹਾਂ ਇਹ ਦੋ ਹੱਥ ਜੋੜ ਕੇ, ਕੱਲ ਇਹ ਨਾ ਹੋਏ ਕਿ ਕੱਲ ਸਾਡੇ ਤੇ ਗੁੱਸੇ ਹੋਣ ਹੋ ਕਿ ਅਸੀਂ ਰੈਸ਼ ਹੋ ਜਾਈਏ, ਬਾਹਰ ਸੜਕਾਂ ਤੇ ਆਈਏ। ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਫੜਨ ਤੇ ਸਾਡੇ ਕੋਲ ਲਿਆਉਣ, ਅਸੀਂ ਫਿਰ ਦੇਖਾਂਗੇ ਕੀ ਹੋਇਆ। ਇੱਥੇ ਵਿਸਾਖੀ ਪਰ ਇੱਥੇ ਕੰਮ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਇੱਥੇ ਕਿੰਨੀਆਂ ਲੋਕਾਂ ਦੀਆਂ ਲੇਡੀਜ਼ ਇੱਥੇ ਸੈਰ ਕਰਨ ਆਉਂਦੀਆਂ ਸਨ, ਉਹਨਾਂ ਦੀਆਂ ਗਾਨੀਆਂ ਚੋਰੀਆਂ ਹੋ ਰਹੀਆਂ। 70-80 ਹਜ਼ਾਰ ਰੁਪਇਆ ਗੋਲਕ ਦਾ ਕੱਲ੍ਹ ਹੋਇਆ ਸੀ, ਸਾਰਾ ਲੁੱਟ ਕੇ ਲੈ ਕੇ ਕੀ ਫਾਇਦਾ ਉਹਦਾ। ਵਾਹਿਗੁਰੂ ਜਾਣੀ ਜਾਣਾ ਆਪੇ ਉਹਨੂੰ ਬੋਲੇਗਾ, ਪਰ ਉਹਨੂੰ ਕਾਰਵਾਈ ਸਖਤ ਹੋਣੀ ਚਾਹੀਦੀ ਹੈ। ਸਾਡੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਦੀ ਜਿੰਨੀਆਂ ਭੇਡਾਂ ਹੈ, ਲੰਗਰ ਹੈ, ਗੁਰਦੁਆਰੇ ਦੀ ਬਿਲਡਿੰਗਸ ਹੈ, ਸਭ ਕੁਝ ਉਹਦੀ ਫੰਡਿੰਗ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਵਿਸਾਖੀ ਦੇ ਜਾਂ ਵੱਡੇ ਪ੍ਰੋਗਰਾਮਾਂ ਕਰਕੇ ਹੀ ਚੱਲਦੀ ਹੈ। ਹੁਣ ਤੁਸੀਂ ਉਹ ਵੀ ਲੈ ਜਾਓਗੇ ਤੇ ਫਿਰ ਸਾਡੀ ਸਿੱਖ ਸੰਗਤ 'ਚ ਤਾਂ ਰੋਸ਼ ਆਏਗਾ ਹੀ, ਕਿਉਂਕਿ ਸਾਡੇ ਸੇਵਾਦਾਰਾਂ ਦੇ ਪੈਸੇ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਹੈ ਚਾਹੀਦਾ ਹੈ ਕਿ ਉਹ ਦੇਖੇ, ਇਸ ਚੀਜ਼ ਨੂੰ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਂਦ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰਵਿੰਦਰ ਸਿੰਘ ਵੱਲੋਂ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਇਸ ਵਕਤ ਆਪਾਂ ਹੈਗੇ ਹਾਂ ਗੁਰਦੁਆਰਾ ਸਿੰਘ ਸਭਾ ਗ੍ਰੇਟਰ ਕੈਲਾਸ਼ ਜੰਮੂ ਵਿਖੇ, ਜਿੱਥੇ ਕਿ ਇੱਕ ਐਸੀ ਘਟਨਾ ਵੇਖਣ ਨੂੰ ਮਿਲੀ ਹੈ ਜਿਹਨੇ ਕਿ ਸਾਡੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਈ ਵਾਰੀ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਨਸ਼ਿਆਂ ਦੇ ਸੁਸਾਇਟੀ ਦੇ ਵਿੱਚ ਕੀ ਆਊਟਕਮਸ ਨਿਕਲ ਕੇ ਸਾਹਮਣੇ ਆਉਂਦੇ ਨੇ, ਉਹਦੀ ਜਾਗਤੀ ਜਿਹੜੀ ਤਸਵੀਰ ਹੈ ਉਹ ਅੱਜ ਸਾਨੂੰ ਦੇਖਣ ਨੂੰ ਮਿਲੀ ਹੈ ਇਸ ਗੁਰਦੁਆਰਾ ਸਾਹਿਬ ਵਿਖੇ। ਇਸ ਗੁਰਦੁਆਰਾ ਸਾਹਿਬ ਵਿਖੇ ਇੱਕ ਸ਼ਖਸ ਜਿਹੜਾ ਜੋੜੇ ਪਾ ਕੇ ਗੁਰੂ ਘਰ ਦੇ ਅੰਦਰ ਐਂਟਰ ਹੁੰਦਾ ਹੈ, ਉਸ ਤੋਂ ਬਾਅਦ ਉਹ ਗੋਲਕ ਚੁੱਕ ਕੇ ਇੱਥੋਂ ਦੀ ਲੈ ਕੇ ਘੱਲਾ ਹੀ ਚਲੇ ਜਾਂਦਾ ਹੈ। ਸਾਰੀ ਫੁਟੇਜ ਜਿਹੜੀ CCTV ਦੇ ਵਿੱਚ ਆਈ ਆਪਾਂ ਆਪ ਜੀ ਦੇ ਸਾਹਮਣੇ ਉਹ ਵੀ ਰੂਬਰੂ ਕਰਾਂਗੇ। ਲੇਕਿਨ ਸਵਾਲ ਦੇ ਕਟਕਰੇ ਦੇ ਵਿੱਚ ਇੱਕ ਵਾਰੀ ਫਿਰ ਤੋਂ ਸਾਡਾ ਪ੍ਰਸ਼ਾਸਨ ਖੜਾ ਹੁੰਦਾ ਇਸ ਗੱਲ ਦੇ ਆ ਕੇ ਕਿ ਜਿਨ੍ਹਾਂ ਦਾ ਧਿਆਨ ਸਭ ਤੋਂ ਜ਼ਿਆਦਾ ਨਸ਼ਿਆਂ ਦੇ ਤਰਫ, ਐਸੇ ਤਸਕਰਾਂ ਦੇ ਤਰਫ ਹੋਣਾ ਚਾਹੀਦਾ ਸੀ ਕਿ ਜਿਹੜੇ ਗੁਰੂ ਘਰ ਵੀ ਨਹੀਂ ਛੱਡਦੇ ਜਾਂ ਕਿਸੇ ਦੇ ਗਰੀਬ ਦਾ ਘਰ ਵੀ ਨਹੀਂ ਛੱਡਦੇ। ਐਸੀਆਂ ਘਿਨੌਣੀਆਂ ਹਰਕਤਾਂ ਜਿਹੜੀਆਂ ਕਿ ਸਾਡੇ ਸਾਰੇ ਸਮਾਜ ਨੂੰ ਕਿਧਰੇ ਨਾ ਕਿਧਰੇ ਝੰਜੋੜ ਕੇ ਰੱਖ ਦਿੰਦੀਆਂ ਹਨ, ਇਹਨਾਂ ਦੇ ਵੱਲ ਉਹਨਾਂ ਦਾ ਧਿਆਨ ਹੋਣਾ ਜ਼ਰੂਰੀ ਸੀ। ਬੜੇ ਦੁੱਖ ਭਰੇ ਦਿਲ ਦੇ ਨਾਲ ਅੱਜ ਇਹ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ, ਕਿਉਂਕਿ ਜਦੋਂ ਫੁਟੇਜ ਸਾਡੇ ਸਾਹਮਣੇ ਆਈ ਹੈ ਆਪਾਂ ਆਪਣਾ ਫਰਜ਼ ਨਿਭਾਉਂਦੇ ਹੋਏ ਸਾਰੇ ਦਰਸ਼ਕਾਂ ਤੱਕ ਪਹੁੰਚਾਣੀ ਹੈ ਤਾकि ਕਿਧਰੇ ਨਾ ਕਿਧਰੇ ਉਹ ਐਡਮਿਨਿਸਟ੍ਰੇਸ਼ਨ ਦੇ ਕੰਨ ਨੂੰ ਵੀ ਇਹ ਜਿਹੜੀ ਆਵਾਜ਼ ਸਾਡੀ ਪੁੱਜੇ ताकि ਇਸ ਚੀਜ਼ ਦੇ ਉੱਪਰ ਤੁਰੰਤ ਐਕਸ਼ਨ ਲਿਆ ਜਾਏ। ਆਓ ਹੁਣ ਇੱਥੇ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲੇ ਜੀ ਆਇਆਂ ਨੂੰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਹਿੰਦਾ ਮੈਨੂੰ ਬਿਲਕੁਲ ਵੀ ਦੁਹਰਾਈ ਨਹੀਂ ਹੈ ਕਿ ਅੱਜ ਦੇ ਕੀ ਆਊਟਕਮਸ ਨਿਕਲ ਕੇ ਆ ਰਹੇ ਸਾਡੇ ਨਸ਼ਿਆਂ ਦੇ ਤਰਫ ਤੋਂ, ਕਿ ਜੋੜੇ ਪਾ ਕੇ ਇੱਕ ਸ਼ਖਸ ਗੁਰੂ ਘਰ ਵਿਖੇ ਆਉਂਦਾ ਹੈ ਔਰ ਗੋਲਕ ਚੁੱਕੇ ਲੈ ਕੇ ਚਲਾ ਜਾਂਦਾ ਹੈ। ਗੋਲਕ ਦੀ ਗੱਲ ਤਾਂ ਇੱਕ ਹੀ ਜਗ੍ਹਾ ਰਹਿ ਗਈ, ਅਗਰ ਉਹ ਗੁਰੂ ਸਾਹਿਬ ਦੀ ਬੇਅਦਬੀ ਕਰ ਛੱਡਦਾ, ਮੈਨੂੰ ਲੱਗਦਾ ਸਾਰੀ ਉਮਰ ਹੀ ਅਸੀਂ ਆਪਣੀ ਪੱਗ ਉੱਚੀ ਕਰਕੇ ਨਹੀਂ ਨਿਕਲ ਸਕਦੇ। ਮੈਂ ਚਾਹਾਂਗਾ ਕਿ ਪੂਰਾ ਇੰਸੀਡੈਂਟ ਤੁਸੀਂ ਇੱਕ ਵਾਰੀ ਸਾਰੇ ਦਰਸ਼ਕਾਂ ਦੇ ਸਾਹਮਣੇ ਸਾਂਝਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਜਦੋਂ ਸਵੇਰੇ ਕੱਲ੍ਹ ਸਾਡੀ ਵਿਸਾਖੀ ਦਾ ਖਾਲਸਾ ਦਾ ਜਨਮ ਦਿਨ ਸੀ, ਅਸੀਂ ਉਹ ਮਨਾ ਕੇ ਸਾਰਾ ਪ੍ਰੋਗਰਾਮ ਕਰਕੇ ਇੱਥੇ ਸ਼ਾਮਾਂ ਨੂੰ ਗਏ ਹਾਂ। ਉਸ ਤੋਂ ਪਹਿਲੇ ਕਿ ਜਿਹੜਾ ਕਿ ਅਸੀਂ ਜਾਣ ਤੋਂ ਪਹਿਲੇ ਸਾਰੀ ਸਾਫ਼ ਸਫਾਈ ਕੀਤੀ ਹੈ ਗੁਰਦੁਆਰਾ ਸਾਹਿਬ ਦੀ। ਤੋ ਰਾਤ ਨੂੰ ਜਦੋਂ 1 ਦਾ ਟਾਈਮ ਹੈ, ਕਿਸੇ ਨੂੰ ਇੰਨਾ ਖਿਆਲ ਨਹੀਂ ਸੀ ਕਿ ਇਹ ਕੰਮ ਹੋਏਗਾ, ਲੇਕਿਨ ਜਿਹੜਾ ਚੋਰ ਹੈ ਉਹ ਬੜਾ ਸ਼ਾਤਰ ਹੈ। ਉਸ ਨੇ ਕਿਤੇ ਦਿਨੇ ਸੰਗਤ ਦੇ ਵਿੱਚ ਹੀ ਆਣ ਕੇ ਤੇ ਆਪਣਾ ਸਾਰਾ ਕੁਝ ਇੱਥੇ ਦਾ ਰੈਕੀ ਕਰ ਲਿਆ। ਉਸੇ ਹਿਸਾਬ ਨਾਲ ਉਹ ਲੈ ਕੇ ਇੱਥੋਂ ਗੋਲਕ ਸਾਡੀ ਜਿਹੜੀ ਹੈ ਉਹ ਰਾਤ ਨੂੰ ਚਲੇ ਗਿਆ। ਸਾਨੂੰ ਜਦੋਂ ਸਵੇਰੇ ਅਸੀਂ ਖੋਲ੍ਹਿਆ ਗੁਰਦੁਆਰਾ ਸਾਹਿਬ ਤੇ ਅੰਦਰ ਦੇਖਿਆ ਤੇ ਗੋਲਕ ਨਹੀਂ ਹੈ।
ਤੇ ਉਸ ਤੋਂ ਅਸੀਂ ਜਦੋਂ ਜਾਂਚ ਪੜਤਾਲ ਕੀਤੀ ਹੈ ਤੇ ਉਹ ਇੱਥੋਂ ਸਾਡੀ ਇੱਕ ਬਾਰੀ ਖੁੱਲੀ ਹੈ, ਬਾਰੀ ਤੋਂ ਵਿੱਚੋਂ ਲੈ ਕੇ ਪਿਛਲਾ ਗੇਟ ਹੈ ਸਾਡਾ, ਉਸ ਤੋਂ ਕ੍ਰਾਸ ਹੋਇਆ। ਇਹ ਇੱਕ ਅਸੀਂ ਇਹ ਵੀ ਬੜੀ ਸਾਡੇ ਵਾਸਤੇ ਬਦਕਿਸਮਤੀ ਹੈ, ਕਿਉਂਕਿ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਪੈਰ ਧੋ ਕੇ ਆਪਣੇ ਜਰਾਬ ਜਰੂਬ ਬੂਟ ਪਰ ਸਾਰਾ ਕੁਝ ਬਾਹਰ ਹੁੰਦਾ ਹੈ, ਲੇਕਿਨ ਉਹ ਸਨੇ ਬੂਟੇ ਅੰਦਰ ਗਿਆ, ਜਿਹੜੇ ਬੂਟ ਪਾ ਕੇ ਗਿਆ ਬੇਅਦਬੀ, ਉਹ ਵੀ ਕੁਝ ਵੀ ਕਰ ਸਕਦਾ ਸੀ। ਤੇ ਇਸ ਕਰਕੇ ਸਾਨੂੰ ਬੜਾ ਇਸ ਦਾ ਰੋਸ ਹੈ ਕਿ ਐਸੇ ਜਿਹੜੇ ਅਨਸਰ ਇੱਥੇ ਚੱਲਦੇ ਪਏ ਨੇ, ਕਿਉਂਕਿ ਅਸੀਂ ਪੁਲਿਸ ਕੋਲ ਵੀ ਸਵੇਰੇ ਗਏ ਆ, ਜਾ ਕੇ ਰਿਪੋਰਟ ਲਿਖਾਈ ਹੈ, ਸਾਰਾ ਕੁਝ ਕੀਤਾ, ਲੇਕਿਨ ਉਹ ਇੱਥੇ ਪਹਿਲੇ ਵੀ ਚੋਰੀਆਂ ਕਰ ਚੁੱਕਾ ਹੈ। ਇੱਥੇ ਸਾਰੇ ਲੋਕ ਜਾਣਦੇ ਨੇ ਉਹਨੂੰ, ਲੇਕਿਨ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ। ਇਸ ਕਰਕੇ ਅਸੀਂ ਚਾਹੁੰਦੇ ਕਿ ਇਹਦੇ ਉੱਪਰ ਬਹੁਤ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਕਰਕੇ ਸਾਡਾ ਬਹੁਤ ਜ਼ਿਆਦਾ, ਅਸੀਂ ਅੱਜ ਨਹੀਂ ਕੋਈ ਕਾਰਵਾਈ ਹੋਈ ਤੇ ਅੱਗੇ ਕੱਲ੍ਹ ਨੂੰ ਅਸੀਂ ਰੋਡ ਵੀ ਬੰਦ ਕਰ ਸਕਦੇ ਹਾਂ, ਮੁਜ਼ਾਹਰਾ ਵੀ ਕਰ ਸਕਦੇ ਹਾਂ। ਇਸ ਕਰਕੇ ਸਾਨੂੰ ਇਸ ਦਾ ਇਨਸਾਫ ਮਿਲਣਾ ਚਾਹੀਦਾ। ਸਾਡੀ ਗੋਲਕ ਜਿਹੜੀ ਹੈ ਘੱਟ ਤੋਂ ਘੱਟ ਕੋਈ 60-70 ਹਜ਼ਾਰ ਦੀ ਗੋਲਕ ਹੈ, ਜਿਹੜੀ ਕਿ ਉਹ ਹੈ, ਔਰ ਸਾਨੂੰ ਬੜਾ ਇਸ ਦਾ ਦੁੱਖ ਹੈ। ਇਸ ਕਰਕੇ ਸਾਨੂੰ ਪੁਲਿਸ ਦਾ ਜਿਹੜਾ ਕੰਮ ਹੈ ਇਹ ਆਪਣੀ ਡਿਊਟੀ ਕਰੇ ਔਰ ਸਾਨੂੰ ਇਸ ਦੀ ਪੜਤਾਲ ਕਰਕੇ ਸਾਨੂੰ ਜਲਦੀ ਕਾਰਵਾਈ ਕਰਕੇ ਦੱਸੇ। ਬਿਲਕੁਲ, ਕਿਧਰੇ ਨਾ ਕਿਧਰੇ ਜੇਕਰ ਮੈਂ ਪਹਿਲੇ ਹੀ ਗੱਲ ਸਟਾਰਟ ਕਰਨ ਤੋਂ ਪਹਿਲੇ ਕਿਹਾ ਕਿ ਗੋਲਕ ਤਾਂ ਚੱਕੀ ਹੀ ਹੈ, ਜੋੜੇ ਪਾ ਕੇ ਗੁਰੂ ਸਾਹਿਬ ਦੇ ਬਿਲਕੁਲ ਹਾਜ਼ਰ ਨਾਜ਼ਰ ਜਿੱਥੇ ਗੁਰੂ ਸਾਹਿਬ ਜੀ ਹੁੰਦੇ ਨੇ ਉੱਥੇ ਲੈ ਕੇ ਗੋਲਕ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਕਿਧਰੇ ਨਾ ਕਿਧਰੇ ਇਹ ਵੀ ਐਡਮਿਨਿਸਟ੍ਰੇਸ਼ਨ ਨੂੰ ਪੜਤਾਲ ਜਿਹੜੀ ਮੁੜ ਤੋਂ ਸ਼ੁਰੂ ਕਰਨੀ ਚਾਹੀਦੀ ਸੀ, ਜਲਦੀ ਕਰਨੀ ਚਾਹੀਦੀ ਸੀ, ਤਾਂ ਕਿ ਟਾਈਮ ਰਹਿੰਦਿਆਂ ਉਹਨੂੰ ਐਸੇ ਜਿਹੜੇ ਅਨਸਰ ਉਹ ਚੁੱਕੇ ਵੀ ਲੈ ਕੇ ਜਾ ਸਕੇ। ਅੱਜ ਤਾਂ ਗੋਲਕ ਹੋਈ ਹੈ ਕਿ ਪਤਾ ਕਿ ਅਗਲੀ ਦਸਤਕ ਜਿਹੜੀ ਹੈ ਕਿਸ ਦੇ ਘਰ ਹੋਏਗੀ। ਅੱਜ ਗੋਲਕ ਚ ਕੋਈ ਹੈ ਕਿ ਪਤਾ ਕੱਲ ਕਿਸੇ ਦੀ ਜਾਨ, ਆਪਣੀ ਜਾਨ ਤੋਂ ਹੱਥ ਗਵਾ ਦੇਗਾ। ਤੇ ਇਸ ਪ੍ਰਧਾਨ ਸਾਹਿਬ ਜਿਹੜੇ ਕਿ ਪੂਰੀ ਸੰਖੇਪ ਦੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਐਸੇ ਸੁਚੇਤ ਸ਼ਖਸ ਦਾ, ਜਿਹੜੇ ਕਿ ਹਮੇਸ਼ਾ ਸੋਸ਼ਲ ਮੀਡੀਆ ਦੇ ਉੱਤੇ ਸੰਗਤਾਂ ਦੇ ਸਾਹਮਣੇ ਰੂਬਰੂ ਹੁੰਦੇ ਰਹਿੰਦੇ ਹਨ ਅਤੇ ਸਾਰੀ ਅਪਡੇਟ ਜਿਹੜੀ ਉਹਨਾਂ ਤੱਕ ਪਹੁੰਚਾਤੀ ਹੈ। ਸਰਦਾਰ ਅਮਰਜੀਤ ਸਿੰਘ ਜੀ, ਜਿਹੜੇ ਕਿ ਸਾਰੀ ਦੀ ਸਾਰੀ ਅਪਡੇਟ ਉਹਨਾਂ ਨੇ CCTV ਫੁਟੇਜ ਦੇ ਰਾਹੀਂ ਸੰਗਤਾਂ ਤੱਕ ਪਹੁੰਚਾਈ ਅਤੇ ਸਾਨੂੰ ਵੀ ਇੱਥੇ ਲਿਆਉਣ ਦਾ ਇੱਕ ਕੰਮ ਕੀਤਾ ਹੈ, ਕਿਉਂਕਿ ਸਾਡੇ ਵੀ ਨਜ਼ਰ ਤੱਕ ਇਹ ਸਟੋਰੀ ਪੂਰੀ ਪਹੁੰਚਾਈ ਤਾਂ ਕਿ ਅਸੀਂ ਸੰਗਤਾਂ ਦੇ ਤੱਕ ਪਹੁੰਚਾ ਸਕੀਏ। ਆਪ ਜੀ ਦਾ ਬੇਹੱਦ ਧੰਨਵਾਦ ਕਰਦਾ ਅਤੇ ਨਾਲ ਮੈਂ ਕਹਾਂਗਾ ਕਿ ਜਿਹੜੀ ਤੁਸੀਂ CCTV ਫੁਟੇਜ ਜਿਹੜੀ ਸੰਗਤਾਂ ਦੇ ਸਾਹਮਣੇ ਰੂਬਰੂ ਕੀਤੀ ਸੀ, ਤੇ ਕੀ ਕੁਝ ਕਹਿੰਦੇ ਹੋ, ਐਡਮਿਨਿਸਟ੍ਰੇਸ਼ਨ ਕੋਲੋਂ ਕੀ ਮੰਗ ਰੱਖਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਤੇ ਕੱਲ੍ਹ ਵਿਸਾਖੀ ਦੇ ਸਾਜਨਾ, ਸਾਡਾ ਖਾਲਸਾ ਸਾਜਨਾ ਦਿਵਸ ਦੇ ਉੱਪਰ ਬਹੁਤ ਹੀ ਅਫਸੋਸਨਾਕ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਹੈ ਗੁਰਦੁਆਰਾ ਗ੍ਰੇਟਰ ਕਲਾਸ ਵਿੱਚ। ਤੇ ਮੈਨੂੰ ਸਵੇਰ ਕੋਈ 6:30 ਵਜੇ ਨਾਲ ਹੀ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਜਿਹੜੀ ਹੈ ਚੁੱਕੀ ਗਈ ਹੈ। ਫਿਰ ਅਸੀਂ ਉਸੇ ਵਕਤ ਗੁਰਦੁਆਰਾ ਸਾਹਿਬ ਆਏ ਹਾਂ, CCTV ਖੰਗਾਲਣ ਤੋਂ ਸਾਨੂੰ ਪਤਾ ਚੱਲਿਆ ਕਿ ਇੱਕ ਸ਼ਖਸ ਜਿਹੜਾ ਇੱਕ ਸਕੂਟੀ ਤੇ ਸਾਡੇ ਪਿਛਲੇ ਪਲਾਟ ਤੋਂ ਆਉਂਦਾ ਤੇ ਉਹ ਇੱਥੇ ਜਾ ਕੇ ਕੋਈ 5 ਵਜੇ ਦੇ ਨਾਲ ਸ਼ਾਮ ਨੂੰ, ਜਿਸਲੇ ਸਾਰੀਆਂ ਸਾਡੇ ਜਿਹੜੇ ਸੇਵਾਦਾਰ ਜਾਂ ਭਾਈ ਸਾਹਿਬ, ਗ੍ਰੰਥੀ ਸਾਹਿਬ ਜਿਹੜੀ ਥੱਲੇ ਸਫਾਈ ਵਗੈਰਾ 'ਚ ਲੱਗੇ ਹੋਏ ਸਨ, ਉਹ ਅੰਦਰ ਆਉਂਦਾ ਤੇ ਇੱਕ ਸਾਡੀ ਗੇਟ ਦੇ ਨਾਲ ਛੋਟੀ ਗੋਲਕ ਪਈ ਹੁੰਦੀ ਹੈ ਦਾਨ ਪਾਤਰ ਟਾਈਪ ਦੀ, ਤੇ ਉਸ ਗੋਲਕ ਨੂੰ ਪਲਾਸਟਿਕ ਦਾ ਕਵਰ ਸੀ, ਉਹ ਖੋਲ ਕੇ ਪਲਾਸਟਿਕ ਦਾ ਕਵਰ ਨੂੰ ਥੋੜ੍ਹੀ ਜਿਹੀ ਤੋੜ-ਫਾੜ ਕਰਕੇ ਤੇ ਉੱਥੋਂ ਛੋਟੀ ਅਮਾਊਂਟ ਕੋਈ 5-7 ਹਜ਼ਾਰ ਦੀ ਉਹ ਲੈ ਜਾਂਦਾ। ਫਿਰ ਉਹ ਪੂਰੀ ਰੈਕੀ ਕਰਦਾ, ਉੱਪਰ ਸੁਖਾਸਨ ਤੱਕ ਵੀ ਜਾਂਦਾ, ਅੰਦਰ ਵੀ ਜਾਂਦਾ ਤੇ ਫਿਰ ਉਹ ਵਾਪਸ ਚਲੇ ਜਾਂਦਾ। ਫਿਰ ਉਸ ਤੋਂ ਬਾਅਦ ਰਾਤ ਨੂੰ 1 ਵਜੇ ਦੇ ਕਰੀਬ ਉਹ ਦੁਬਾਰਾ ਐਂਟਰ ਹੁੰਦਾ ਸਕੂਟੀ ਲੈ ਕੇ, ਪਿਛਲੇ ਗੁਰਦੁਆਰਾ ਸਾਹਿਬ ਦੀ ਖਿੜਕੀ ਤੋਂ ਐਂਟਰ ਹੁੰਦਾ, ਜੋੜੇ ਸਮੇਤ ਐਂਟਰ ਹੁੰਦਾ। ਤੇ ਗੋਲਕ ਤੋਂ ਨੂੰ ਪਹਿਲੇ ਹੀ ਪਤਾ ਸੀ ਕਿ ਇੱਥੇ ਗੋਲਕ ਪਈ ਹੋਈ ਹੈ, ਤੇ ਉਹ ਗੋਲਕ ਜਿਹੜੀ ਹੈ ਉਹਨੂੰ ਭਾਰੀ ਵੀ ਸੀ, ਲੇਕਿਨ ਉਹ ਚੁੱਕ ਲੈਂਦਾ ਤੇ ਮੇਨ ਗੇਟ ਤੋਂ ਲੈ ਕੇ ਤੇ ਥੱਲੇ ਛੱਡ ਦਿੰਦਾ ਤੇ ਬਾਅਦ 'ਚ ਚੁੱਕ ਕੇ ਤੇ ਲੈ ਜਾਂਦਾ। ਤੇ ਉਸ ਤੋਂ ਉਪਰੰਤ ਜਿਸਲੇ ਸਾਨੂੰ CCTV ਫੁਟੇਜ ਮਿਲੀ ਹੈ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਗਏ ਹਾਂ, ਚੌਕੀ ਗਏ ਹਾਂ, ਤੇ SHO ਸਾਹਿਬ ਨਾਲ ਗੱਲ ਹੋਈ ਹੈ। ਜਿਸਲੇ ਉਹਨਾਂ ਨੇ CCTV ਫੁਟੇਜ ਦੇਖੀਆਂ ਤੇ ਉਹਨਾਂ ਨੇ ਸ਼ਾਇਦ ਉਸ ਚੋਰ ਨੂੰ ਪਹਿਚਾਣ ਲਿਆ। ਉਹਨਾਂ ਕਿਹਾ ਕਿ ਇਹ ਮੁੰਡੇ ਨੂੰ ਅਸੀਂ ਪਹਿਚਾਣਦੇ ਹਾਂ, ਕੋਈ ਗ੍ਰੇਟਰ ਕਲਾਸ 55 ਨੰਬਰ ਗਲੀ 'ਚ ਰਹਿੰਦਾ ਤੇ ਕੋਈ ਚਿੱਟਾ ਵਗੈਰਾ ਜਾਂ ਨਸ਼ਾ ਜਿਹੜਾ ਮੁੰਡਾ ਕਰਦਾ। ਤੇ ਇਹਨੇ ਪਹਿਲੇ ਵੀ ਕਿਸੇ ਮੰਦਿਰ 'ਚ ਬੜੀ ਬ੍ਰਾਹਮਣਾ ਚੋਰੀ ਕੀਤੀ ਹੈ, ਗ੍ਰੇਟਰ ਕਲਾਸ ਵਗੈਰਾ ਹੋਰ ਵੀ 1-2-4 ਚੋਰੀਆਂ ਕੀਤੀਆਂ। ਪਰ ਕੁਝ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਗਰ ਪੁਲਿਸ ਨੂੰ ਪਹਿਲੇ ਵੀ ਪਤਾ, ਪਹਿਲੇ ਵੀ ਉਹਨੇ ਇੱਕ ਅੱਧੇ ਵਾਰੀ ਪਕੜਿਆ ਉਹਨੂੰ, ਫਿਰ ਉਹਨੂੰ ਤੁਸੀਂ ਰਿਲੀਜ਼ ਕਿਉਂ ਕਰਦੇ ਹੋ? ਤਾਂ ਕਿ ਉਹ ਹੋਰ ਗੁਰਦੁਆਰਿਆਂ 'ਚ ਜਾਣ, ਹੋਰ ਮੰਦਿਰਾਂ 'ਚ ਜਾਣ, ਬੇਅਦਬੀ ਕਰੇ। ਅਗਰ ਉਹ ਕੱਲ੍ਹ ਜੋੜੇ ਪਾ ਕੇ, ਚਲੋ ਸੁਖਾਸਨ ਹੋ ਗਏ ਦਾ ਸੀ, ਅਗਰ ਜੋੜੇ ਪਾ ਕੇ ਮਹਾਰਾਜ ਦੀ ਬੇਅਦਬੀ ਕਰ ਲੈਂਦੀ ਤਾਂ ਕਿੰਨਾ ਵੱਡਾ ਇਸ਼ੂ ਇੱਕ ਬਣ ਜਾਣਾ ਸੀ, ਇੰਟਰਨੈਸ਼ਨਲ ਇਸ਼ੂ ਬਣ ਜਾਣਾ ਸੀ ਸਾਡੇ ਵਾਸਤੇ। ਤੇ ਇਸ਼ੂ ਤਾਂ ਅਜੇ ਵੀ ਹੈ, ਬੇਅਦਬੀ ਤਾਂ ਹੋਈ ਹੈ, ਜਿਹੜਾ ਜੋੜੇ ਪਾ ਕੇ ਉਹ ਅੰਦਰ ਗਿਆ, ਬੇਅਦਬੀ ਤਾਂ ਹੋਈ ਹੈ। ਅਸੀਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਾਂਗੇ ਕਿ ਅਗਰ ਇਹ ਜਿਹੜੇ ਛਾਤਰ, ਜਿਹੜੇ ਚੋਰ ਨੇ, ਇਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਚਿੱਟਾ ਕਿੱਥੋਂ ਮਿਲਦਾ, ਠੀਕ ਹੈ, ਤੇ ਸਾਡੀ ਪੁਲਿਸ ਨੂੰ ਕਿਉਂ ਨਹੀਂ ਪਤਾ ਚੱਲਦਾ ਕਿ ਚਿੱਟਾ ਕਿੱਥੋਂ ਮਿਲ ਰਿਹਾ?
ਠੀਕ ਨੇ। ਉਹਨਾਂ ਵਪਾਰੀਆਂ ਨੂੰ ਪਕੜਨਾ ਚਾਹੀਦਾ, ਉਹਨਾਂ ਜਿਹੜੇ ਵਪਾਰੀ ਨੇ ਚਿੱਟੇ ਦੇ ਵਪਾਰੀ ਨੇ ਉਹਨਾਂ ਨੂੰ ਪਕੜਨਾ ਚਾਹੀਦਾ ਪ੍ਰਸ਼ਾਸਨ ਨੂੰ, ਤਾਂ ਕਿ ਜਿਹੜੇ ਸਾਡੇ ਹੋਰ ਵੀ ਜਿਹੜੇ ਬੱਚੇ, ਸਾਡੇ ਸਿੱਖ ਬੱਚੇ ਜਾਂ ਨੌਜਵਾਨ ਬੱਚੇ ਹੋਰ ਵੀ ਉਹਨੂੰ ਲੈ ਕੇ, ਕੋਈ ਪਿੱਛੇ 1-2 ਯੰਗ ਮੁੰਡਿਆਂ ਦੀ ਡੈਥ ਵੀ ਹੋ ਗਈ ਹੈ ਇਸ ਕਾਰਨ, ਠੀਕ ਹੈ, ਤਾਂ ਕਿ ਇਹਦੇ ਉੱਪਰ ਨਾ ਖਾਲੀ ਮਤਲਬ ਲੋਕਾਂ ਦੀ ਯੰਗ ਮੁੰਡਿਆਂ ਦੀ ਮੌਤ ਨੂੰ ਰੋਕਿਆ ਜਾਏ, ਬਲਕਿ ਇਸ ਤਰ੍ਹਾਂ ਦੀ ਜਿਹੜੀ ਚੋਰੀ ਦੀ ਘਟਨਾਵਾਂ ਉਹ ਵੀ ਰੁਕੀਆਂ ਜਾਣ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬੜੇ ਸੰਖੇਪ ਸ਼ਬਦਾਂ ਦੇ ਵਿੱਚ ਤੁਹਾਡੇ ਸਾਹਮਣੇ ਸਾਰੀ ਗੱਲ ਰੱਖੀ ਹੈ। ਔਰ ਤਲਵਾਰ ਜਿਹੜੀ ਲਟਕਦੀ ਹੈ ਇੱਕ ਵਾਰੀ ਫਿਰ ਤੋਂ ਐਡਮਿਨਿਸਟ੍ਰੇਸ਼ਨ ਦੇ ਉੱਤੇ ਰੱਖਦੀ ਹੈ ਕਿ ਕਿਸੇ ਵੀ ਸ਼ਖਸ ਨੂੰ ਅਗਰ ਕੋਈ ਹੋਰ ਇਨਸੀਡੈਂਟ ਹੁੰਦਾ ਹੈ, ਉਹਨਾਂ ਨੂੰ ਕਿਧਰੋਂ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਹਜ਼ਾਰਾਂ ਦੇ ਹਿਸਾਬ ਨਾਲ ਪੁਲਿਸ ਜਾ ਕੇ ਉਹਨਾਂ ਦੀ ਤਫਤੀਸ਼ ਕਰਦੀ ਹੈਗੀ ਹੈ, ਬਟ ਜਦੋਂ ਮੇਨ ਮਸਲਾ ਜਿਹੜੇ ਇਨਸੀਡੈਂਟ ਐਸੇ ਸਾਹਮਣੇ ਆਉਂਦੇ ਨਸ਼ੇ ਦੇ ਉੱਪਰ, ਆਪਾਂ ਪਿੱਛੇ ਵੀ ਕਈ ਵਾਰੀ ਦੇਖਿਆ ਨਿਊਜ਼ ਚੈਨਲ ਦੇ ਉੱਤੇ, ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੀਡੀਓਜ਼ ਦੇਖਦੇ ਹਾਂ ਕਿ ਨੌਜਵਾਨ ਸਾਡੇ ਵੀਰ ਜਿਹੜੇ ਨਸ਼ੇ ਦੇ ਕਾਰਨ ਆਪਣੀ ਜ਼ਿੰਦਗੀ ਜਿਹੜੀ ਹੱਥ ਗਵਾ ਬੈਂਦੇ ਨੇ, ਔਰ ਉਹਨਾਂ ਦੀਆਂ ਮਾਵਾਂ, ਉਹਨਾਂ ਦੇ ਜਿਹੜੇ ਪਿਤਾ ਨੇ, ਉਹਨਾਂ ਦੇ ਜਿਹੜੇ ਭਰਾ ਨੇ, ਔਰ ਰੋਂਦੇ ਬਿਰਲਾਉਂਦੇ ਸਾਰੀ ਜ਼ਿੰਦਗੀ ਆਪਣੀ ਉਹਨਾਂ ਨੂੰ ਕੱਢਣੀ ਪੈਂਦੀ ਹੈ। ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਇਸ ਵੇਲੇ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਪੁੱਛਣਾ ਵੀ ਹੈ ਤੇ ਉਹਨਾਂ ਦੇ ਸਾਹਮਣੇ ਗੱਲ ਵੀ ਰੱਖਣੀ ਹੈ। ਹਾਲਾਂਕਿ ਇਹਨਾਂ ਨੇ FIR ਕੀਤੀ ਹੈ, ਬਟ ਕੀ ਕੋਈ ਸਾਹਮਣੇ ਨਿਕਲ ਕੇ ਆਉਂਦਾ ਉਹ ਤਾਂ ਵਕਤ ਹੀ ਦੱਸੇਗਾ। ਲੇਕਿਨ ਰੋਸ਼ ਬੇਹਦ ਜ਼ਿਆਦਾ, ਬੜੀ ਸਾਰੀ ਸੰਗਤ ਇਸ ਟਾਈਮ ਸਾਡੇ ਨਾਲ ਖੜੀ ਹੈ। ਮੈਂ ਚਾਹਾਂਗਾ ਕਿ ਥੋੜਾ ਜਿਹੜਾ ਵਿਊ ਹੈ ਉਹਨਾਂ ਦਾ ਵੀ ਲਈਏ, ਕਿਉਂਕਿ ਜਦ ਮੈਂ ਇੱਥੇ ਆਇਆ, ਜਦੋਂ ਇਹ ਇਨਸੀਡੈਂਟ ਸਾਰਾ ਦੇਖ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰੋਂ ਕਿਸ ਤਰ੍ਹਾਂ ਉਹਨੇ ਜਿਹੜਾ ਸ਼ੀਸ਼ਾ ਖੋਲ ਕੇ ਉੱਥੋਂ ਗੋਲਕ ਚੁੱਕ ਕੇ ਬਾਹਰ ਪਹਿਲੇ ਸੱਟੀ ਆ, ਉਹ ਪੂਰੇ ਵਿਜ਼ੂਅਲਸ ਆਪ ਜੀ ਤੱਕ ਪਹੁੰਚਾਵਾਂਗੇ। ਆਪ ਜੀ ਦਾ ਵੀ ਜੀ ਆਇਆਂ ਨੂੰ ਕਰਦਾ। ਸਭ ਤੋਂ ਪਹਿਲੇ ਕੀ ਕੁਝ ਵੇਖਣ ਨੂੰ ਮਿਲਿਆ? ਐਸੀ ਘਟਨਾਵਾਂ ਆਪਾਂ ਸੁਣਦੇ ਰਹਿੰਦੇ ਸੀ ਕਿ ਅੱਜ ਉੱਧਰ ਹੋਈ ਹੈ, ਅੱਜ ਕਿਸੇ ਹੋਰ ਲੋਕੇਸ਼ਨ ਤੇ ਆਈ ਹੈ, ਜਦੋਂ ਤੁਹਾਡੀ ਲੋਕੇਸ਼ਨ ਤੇ ਅੱਜ ਇਹ ਵਾਪਰੀ ਹੈ ਤੇ ਕਿਹੋ ਜਿਹਾ ਰੋਸ਼ ਆ ਤੁਹਾਡੇ ਦਿਲ ਦੇ ਵਿੱਚ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਅਸੀਂ ਹੋਮ ਚੈਨਲ ਦੇ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਇਸ ਵਾਕਿਆ ਨੂੰ ਕਵਰ ਕਰਕੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕੰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਕੱਲ ਜੋ ਵਿਸਾਖੀ ਦਾ ਦਿਨ ਸੀ, ਬੜੇ ਖੁਸ਼ੀਆਂ ਅਤੇ ਚਾਅ ਨਾਲ ਮਨਾ ਰਹੇ ਸੀ। ਪੂਰਾ ਲੰਗਰ ਸਮਾਪਤੀ ਹੋਣ ਤੋਂ ਬਾਅਦ ਸਾਡੀ ਸੰਗਤ ਜਿਹੜੀ ਹੈ, ਸੇਵਾਦਾਰ ਜਿਹੜੇ ਨੇ, ਉਹ ਬਰਤਨ ਵਗੈਰਾ ਦੀ ਸਫਾਈ ਕਰ ਰਹੇ ਸਨ। ਇਨ ਦਾ ਮੀਨ ਟਾਈਮ ਜਿਹੜਾ ਛਾਤਰ ਚੋਰ ਹੈ, ਉਹ ਮੌਕੇ ਦਾ ਫਾਇਦਾ ਦੇਖਦੇ ਹੋਏ ਸਭ ਤੋਂ ਪਹਿਲੇ 5-5:30 ਵਜੇ ਉਸਨੇ ਇੱਕ, ਜਿਸ ਦੇ ਵਿੱਚ ਅਸੀਂ ਪਿੰਗਲਵਾੜੇ ਦੀ ਮਾਇਆ ਸੰਗਤ ਪਾਉਂਦੀ ਹੈ, ਉਸ ਨੂੰ ਮੌਕੇ ਦਾ ਫਾਇਦਾ ਦੇ ਕੇ ਉਸਨੇ ਉਹ ਤੋੜੀ ਹੈ। ਉਸ ਤੋਂ ਬਾਅਦ ਫਿਰ ਰਾਤ ਨੂੰ ਤਕਰੀਬਨ ਉਹ 1 ਵਜੇ ਆਇਆ, ਸਕੂਟੀ ਤੇ ਆਇਆ, ਔਰ ਉਹ ਦਿਨ ਭਰ ਉਸਨੇ ਪਹਿਲੇ ਸਰਵੇ ਵੀ ਕੀਤਾ ਆਗੇ, ਲੰਗਰ ਦੇ ਟਾਈਮ ਤੇ ਆਇਆ, ਨੀਚੇ ਲੰਗਰ ਹਾਲ 'ਚ ਵੀ ਗਿਆ, ਛੱਤ ਦੇ ਉੱਪਰ ਵੀ ਗਿਆ। ਲੇਕਿਨ ਇਹ ਹੈ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ। ਬੜਾ ਕੋਈ ਛਾਤਰ ਹੀ ਜਿਹੜਾ ਹੈਗਾ। ਅਸੀਂ ਇਹ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਨੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਅਪਰਾਧੀ ਹਨ, ਤੁਸੀਂ ਪਕੜ ਕੇ ਉਸਨੂੰ ਦੂਸਰੇ ਦਿਨ ਰਿਲੀਜ਼ ਕਰ ਦਿੰਦੇ ਹੋ। ਉਹ ਹਰ ਜਗ੍ਹਾ ਕੋਈ ਨਾ ਕੋਈ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਵਾਕਿਆ ਕਰਦੇ ਰਹਿੰਦੇ ਨੇ। ਸੋ ਸੰਗਤਾਂ ਪ੍ਰਤੀ ਬਹੁਤ ਹੀ ਰੋਸ਼ ਹੈ। ਅਸੀਂ ਬੇਨਤੀ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਨੂੰ ਕਿ ਜਲਦੀ ਤੋਂ ਜਲਦੀ ਕੋਈ ਐਕਸ਼ਨ ਲਿਆ ਜਾਏ, ਅਦਰਵਾਈਜ਼ ਸਾਡੀਆਂ ਸੰਗਤਾਂ ਜਿਹੜੀਆਂ ਨੇ ਉਹ ਸੜਕਾਂ ਤੇ ਉਤਰ ਆਉਣਗੀਆਂ। ਹਰ ਜਗ੍ਹਾ ਜਿਹੜਾ ਹੈ, ਅਗਰ ਕੋਈ ਬੇਅਦਬੀ ਹੋ ਜਾਂਦੀ ਤੇ ਬਹੁਤ ਵੱਡਾ ਮਸਲਾ ਬਣਨਾ ਸੀਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬਿਲਕੁਲ, ਇੱਕ ਸਵਾਲ ਤੁਹਾਡੇ ਕੋਲੋਂ ਜ਼ਰੂਰ ਲੈਣਾ ਚਾਹਾਂਗਾ ਕਿ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ FIR ਕੀਤੀ ਹੈ, ਕੋਈ ਪੁਲਿਸ ਦੀ ਟੀਮ ਇੱਥੇ ਆ ਕੇ ਵਿਜ਼ਿਟ ਕਰਕੇ ਇਹ ਸਾਰੀ ਜਾਂਚ ਪੜਤਾਲ ਕਰਕੇ ਗਈ ਹੈ ਕਿ ਕਿਸ ਤਰ੍ਹਾਂ ਹੋਇਆ ਇਹ ਸਾਰਾ? ਅਸੀਂ ਅਜੇ ਐਪਲੀਕੇਸ਼ਨ ਦੇ ਕੇ ਆਏ ਹਾਂ। ਮੈਂ ਲੱਗਦਾ ਨਹੀਂ ਕਿ ਉਹਨਾਂ ਨੇ ਜੀ FIR ਦਰਜ ਕੀਤੀ ਹੈ, ਲੇਕਿਨ ਮੌਕੇ ਤੇ ਆਏ ਨੇ, ਪੁਲਿਸ ਵਾਲੇ ਆਏ ਨੇ, ਮੌਕਾ ਦੇਖ ਕੇ ਗਏ ਨੇ। ਜੀ ਬਿਲਕੁਲ। ਹੋਰ ਵੀ ਸੱਜਣ ਇੱਥੇ ਖੜੇ ਨੇ। ਮੈਂ ਚਾਹਾਂਗਾ 2-2 ਮਿੰਟ ਦੇ ਲਈ ਆਪ ਜੀ ਸਾਰਿਆਂ ਨੇ ਹੀ ਇਸ ਪੂਰੇ ਵਾਕਿਆ ਦੀ ਤਫਤੀਸ਼ ਤੇ ਲੈ ਅੱਗੇ ਵਧਾਉਣੀ ਹੈ, ਕਿਉਂਕਿ ਜੇਕਰ ਗੱਲ ਕਰਾਂ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਹੈਗੇ ਨੇ ਇੱਥੇ ਦੇ, ਜਿੰਨੇ ਵੀ ਸਾਰੇ ਵੀਰ ਖੜੇ ਨੇ ਜਾਂ ਸਾਡੇ ਬਜ਼ੁਰਗ ਖੜੇ ਨੇ, ਉਹਨਾਂ ਦਾ ਵਿਊ ਵੀ ਆਪ ਜੀ ਤੱਕ ਪਹੁੰਚਾ ਰਹੇ ਹਾਂ। ਆਪ ਜੀ ਦਾ ਵੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਡਿਬੇਟ ਨਹੀਂ ਹੈਗੀ ਹੈ ਕਿ ਮੈਂ ਚੰਦ ਸਵਾਲ ਤੁਹਾਡੇ ਸਾਹਮਣੇ ਰੱਖ ਰਿਹਾ। ਇਹ ਦਿਲ ਦੇ ਉਹ ਬੁਲਾਰੇ ਨੇ ਜਿਹੜੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਕਿ ਐਸਾ ਇੰਸੀਡੈਂਟ ਜਿਹੜਾ ਮੰਦਭਾਗੀ ਘਟਨਾ ਜਿਹੜੀ ਇੱਕ ਸ਼ਖਸ ਦੇ ਵੱਲੋਂ ਕੀਤੀ ਗਈ ਹੈ, ਸਾਨੂੰ ਵੀ ਦੁੱਖ ਹੈ ਕਿ ਆਪਣੇ ਇਸ ਇੰਸੀਡੈਂਟ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਜੋ ਕਿ ਇਸ ਸੁਸਾਇਟੀ ਦੇ ਵਿੱਚ ਦੇਖਣ ਨੂੰ ਨਹੀਂ ਸੀ ਚਾਹੀਦੇ। ਆਪ ਜੀ ਦਾ ਵੀ ਜੀ ਆਇਆਂ ਨੂੰ। ਇਹ ਕੋਈ ਛੋਟੀ ਗੱਲ ਨਹੀਂ ਹੈ, ਕੋਈ ਵੱਡੀ ਗੱਲ ਆ ਕਿ ਸਾਡੇ ਦਿਲ ਤੇ ਜ਼ਖਮ ਲੱਗਿਆ ਹੋਇਆ। ਇਹ ਨਹੀਂ ਆ ਕਿ ਗੁਰਦੁਆਰੇ ਦੀ ਗੋਲਕ ਚੋਰੀ ਹੋਏ, ਸਾਡੇ ਦਿਲ ਤੇ ਜ਼ਖਮ ਲੱਗਿਆ ਹੋਇਆ। ਇਹ ਅਸੀਂ ਗੌਰਮੈਂਟ ਨੂੰ ਅਪੀਲ ਕਰਦੇ ਹਾਂ, ਇਹ 2 ਹੱਥ ਜੋੜ ਕੇ। ਕੱਲ ਇਹ ਨਾ ਹੋਏ ਕਿ ਕੱਲ ਸਾਡੇ ਤੇ ਗੁੱਸੇ ਆਉਣ ਕਿ ਅਸੀਂ ਰੈਸ਼ ਹੋ ਜਾਈਏ, ਬਾਹਰ ਸੜਕਾਂ ਤੇ ਆਈਏ। ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਫੜਨ ਤੇ ਸਾਡੇ ਕੋਲ ਲਿਆਉਣ, ਅਸੀਂ ਫਿਰ ਦੇਖਾਂਗੇ ਕੀ ਹੋਏਗਾ ਅੱਗੇ। ਜੀ ਬਿਲਕੁਲ। ਤੁਸੀਂ ਆਪ ਜੀ ਵੇਖ ਰਹੇ ਹੋ। ਮੈਂ ਚਾਹਾਂਗਾ ਕਿ ਸਾਰਿਆਂ ਦੀ ਜਿਹੜੀ ਗੱਲਬਾਤ ਉਹ ਜ਼ਰੂਰ ਸਾਰੇ ਦਰਸ਼ਕਾਂ ਤੱਕ ਪਹੁੰਚਾਵਾਂ, ਕਿਉਂਕਿ ਜਦੋਂ ਆਪਾਂ ਆਇਆ ਇੱਥੇ ਸਾਰੇ ਹੀ ਮੌਜੂਦ ਸਨ ਔਰ ਸਾਰੇ ਹੀ ਪ੍ਰਤੀਕਿਰਿਆ ਦੇ ਰਹੇ ਸਨ ਆਪਣੀ। ਆਪ ਜੀ ਦਾ ਵੀ ਮੈਂ ਜੀ ਆਇਆਂ ਨੂੰ ਕਹਿੰਦਾ ਹਾਂ। ਕੀ ਵੇਖਦੇ ਹੋ ਸਾਰੇ ਮਸਲੇ ਨੂੰ ਵੇਖਦੇ ਹੋਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਥੇ ਇਸ ਕੱਲ 324 ਨੰਬਰ ਸਾਲ ਦੀ ਵਿਸਾਖੀ ਸੀ। ਇੱਥੇ ਵਿਸਾਖੀ ਪਰ ਇੱਥੇ ਕੰਮ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਇੱਥੇ ਕਿੰਨੀਆਂ ਲੋਕਾਂ ਦੀਆਂ ਲੇਡੀਜ਼ ਇੱਥੇ ਸੈਰ ਕਰਨ ਆਉਂਦੀਆਂ ਸਨ, ਉਹਨਾਂ ਦੀਆਂ ਗਾਨੀਆਂ ਚੋਰੀਆਂ ਹੋਈਆਂ, ਉਹਨਾਂ ਦੀਆਂ ਚੇਨੀਆਂ ਚੋਰੀ ਕਰਕੇ ਲੈ ਗਏ ਔਰ ਸਾਹਮਣੇ ਪਕੜੇ ਦੱਸੇ, ਪਰ ਫਿਰ ਵੀ ਕੋਈ ਉਸਦਾ ਨਹੀਂ ਹੋਇਆ। ਇੱਥੇ ਕਿੰਨਾ ਕੁਝ ਹੋਇਆ
ਤੇ ਕਰਨ ਤੋਂ ਬਾਅਦ ਫਿਰ ਹੁਣ ਅੱਜ ਗੁਰਦੁਆਰੇ ਵਿੱਚ ਹੋ ਗਿਆ ਤੇ ਗੁਰਦੁਆਰੇ ਦੀ ਗੋਲਕ ਅੰਦਰੋਂ ਚੁੱਕ ਕੇ ਲੈ ਗਏ, ਬਾਹਰੋਂ ਵੀ ਰਾਤੀ ਚੁੱਕ ਕੇ ਲੈ ਗਏ ਤੇ ਇਹ ਫਿਰ ਸਾਰਾ ਕੰਮ ਉਹ ਦੇਖੋ ਬਾਰੀ ਖੋਲ ਕੇ ਤਾਂ ਉੱਥੋਂ ਸੁੱਟਿਆ, ਉਹ ਗਮਲਾ ਟੁੱਟਿਆ ਦਾ, ਉਹ ਪੈਰ ਲੱਗੇ ਦੇ ਉਹ ਨਾਲ ਟੁੱਟਿਆ ਦਾ, ਉਹ ਸਾਰਾ ਕੁਝ ਕਰ ਗਏ। ਅਸੀਂ ਇਹੋ ਚਾਹੁੰਦੇ ਹਾਂ ਕਿ ਇੱਥੇ ਸਵੇਰੇ ਆਏ ਸਨ SHO ਸਾਹਿਬ, ਆਣ ਕੇ ਦੇਖ ਕੇ ਗਏ ਸਨ, ਉਹਨਾਂ ਨੂੰ ਕਹਿਣ ਲੱਗੇ ਜੀ ਉਹ ਅਖਨੂਰ ਵਿੱਚ ਉਸਦੀ ਲੋਕੇਸ਼ਨ ਆ ਰਹੀ ਹੈ ਤੇ ਫਿਰ ਕਹਿੰਦੇ ਸਨ ਮੈਂ ਆਪੇ ਜਾ ਕੇ ਪਕੜਾਂਗਾ। ਹੁਣ ਇਹ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਤੇ ਇਸ ਵਾਸਤੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਭਾਈ ਤੁਹਾਡੇ ਉਹਦੇ ਅੱਗੇ ਹੱਥ ਜੋੜ ਕੇ ਕਹਿੰਦੇ ਹਾਂ SSP ਸਾਹਿਬ ਅੱਗੇ, DIG ਸਾਹਿਬ ਅੱਗੇ ਕਿ ਭਾਈ ਸਾਹਿਬ ਇਸ ਦਾ ਜਲਦੀ ਤੋਂ ਜਲਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਇਸ ਨੂੰ ਪਕੜਨਾ ਚਾਹੀਦਾ। ਅੱਗੇ ਵੀ ਅਸੀਂ SSP ਤੱਕ ਮੈਂ ਪਹੁੰਚਾਈ ਸੀ ਗੱਲ, ਪਹਿਲੇ ਵੀ ਪਹੁੰਚਾਈ ਸੀ, ਇੱਥੋਂ ਕਿ ਚੇਂਜ ਕਰਾਇਆ ਸੀ, ਉਹ ਲੇਡੀ ਸੀ ਤਾਂ ਉਸ ਨੂੰ ਚੇਂਜ ਕਰਾ ਕੇ ਹੋਇਆ ਸੀ ਕਿਉਂਕਿ ਇੱਥੇ ਪਹਿਲੇ ਵੀ ਗਾਨੀਆਂ ਦੀ ਚੇਨੀਆਂ ਦੀ ਚੋਰੀ ਹੋਈ ਸੀ। ਬੜੀ ਸ਼ਰਮ ਦੀ ਗੱਲ ਹੈ ਕਿ ਜੇਕਰ ਇਹ ਕਹਿ ਰਹੇ ਨੇ ਕਿ ਐਸੇ ਵਾਰਦਾਤਾਂ ਬੜੀਆਂ ਵੇਖਣ ਨੂੰ ਮਿਲੀਆਂ ਤੇ ਫਿਰ ਪ੍ਰਸ਼ਾਸਨ ਕਿੱਥੇ ਸੁੱਤੀ ਸੀ ਇੰਨੀ ਦੇਰ ਦੀ ਕਿ ਐਸੇ ਜਿਹੜੇ ਆਵਾਰਾ ਅੱਜ ਵੀ ਉਹਨਾਂ ਨੂੰ ਰਿਲੀਜ਼ ਕਰਕੇ ਤੇ ਫਿਰ ਤੋਂ ਇਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਇੱਕ ਹੋਰ ਇਨਸੀਡੈਂਟ ਦੇਖਣ ਨੂੰ ਮਿਲੇ ਤੇ ਫਿਰ ਤੋਂ ਆਪਾਂ ਉਹਨੂੰ ਪਕੜਾਂਗੇ। ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਹੁਣ ਪ੍ਰਸ਼ਾਸਨ ਦੇ ਅੱਗੇ ਖੜਾ ਤੇ ਉਹ ਵੀ ਦੇਖਣ ਨੂੰ ਮਿਲੇਗਾ ਕਿ ਉਹ ਕੀ ਪ੍ਰਤੀਕਿਰਿਆ ਉਹਨਾਂ ਦੀ ਸਾਹਮਣੇ ਆਉਂਦੀ ਹੈ। ਭੈਣਾਂ ਵੀ ਸਾਡੇ ਨਾਲ, ਬੀਬੀਆਂ ਵੀ ਇੱਥੇ ਖੜੀਆਂ ਹੈਗੀਆਂ ਨੇ। ਜਦੋਂ ਮੈਂ ਇੱਥੇ ਐਂਟਰ ਕੀਤਾ ਤੇ ਇਹ ਸਾਡੇ ਤੋਂ ਪਹਿਲੇ ਇੱਥੇ ਅੰਦਰ ਬੈਠ ਕੇ ਤੇ ਇਸ ਚੀਜ਼ ਦਾ ਰਿਵਿਊ ਕਰ ਰਹੇ ਸੀ ਤੇ ਦਿਲ ਦੇ ਵਿੱਚ ਕਾਫੀ ਜ਼ਿਆਦਾ ਦਰਦ ਸੀ ਕਿ ਇੱਕ ਐਸੀ ਮੰਦਭਾਗੀ ਘਟਨਾ ਜਿਹੜੀ ਸਾਡੇ ਨਾਲ ਘਟ ਗਈ ਹੈ। ਤੇ ਹੁਣ ਮੈਂ ਚਾਹਾਂਗਾ ਕਿ ਆਪ ਜੀ ਵੀ ਕੀ ਵੇਖਦੇ ਹੋ ਇਸ ਮਸਲੇ ਨੂੰ, ਵੇਖਦੇ ਹੋਏ ਕਿਉਂਕਿ ਬਹੁਤ ਵੱਡੀ ਗੱਲ ਹੈ ਜੇਕਰ ਦੇਖਿਆ ਜਾਏ, ਗੁਰੂ ਸਾਹਿਬ ਜੀ ਦਾ ਨਿਰਾਦਰ ਹੋਣਾ, ਜੁੱਤੀਆਂ ਪਾ ਕੇ ਅੰਦਰ ਚਲੇ ਜਾਣਾ ਤੇ ਗੋਲਕ ਨੂੰ ਚੁੱਕ ਕੇ ਲੈ ਜਾਣਾ ਤੇ ਫਿਰ ਬਾਅਦ ਦੇ ਵਿੱਚ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਆਪਾਂ ਅਪੀਲਾਂ ਹੀ ਕਰਦੇ ਰਹਿ ਜਾਣਾ ਤੇ ਫਿਰ ਹੋਣਾ ਕੁਝ ਨਹੀਂ। ਐਸੇ ਇੰਸੀਡੈਂਟ ਤੋਂ ਬਾਅਦ 2 ਮਿੰਟ ਪਕੜ ਕੇ 2 ਮਹੀਨੇ ਬਾਅਦ ਫਿਰ ਤੋਂ ਰਿਲੀਜ਼ ਕਰ ਦਿੱਤਾ ਤਾਂ ਕਿ ਫਿਰ ਕਿਸੇ ਦੀ ਜਾਨ ਚਲੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਇਹ ਗੋਲੀ ਜਿਹੜੀ ਲੁੱਟੀ ਹੈ ਸਾਰਿਆਂ ਨੂੰ ਗੁੱਸਾ ਬੜਾ ਹੈ, ਪਰ ਇਹ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਹੋਰ ਕਿਸੇ ਦਾ ਘਰ ਨਾ ਲੁੱਟਿਆ ਜਾਏ, ਕਿਉਂਕਿ ਇਸ ਤਰ੍ਹਾਂ ਦੇ ਬਹੁਤੇ ਘਰ ਲੁੱਟ ਹੋਣਗੇ, ਦੁਨੀਆ ਮਰੇਗੀ। ਤੇ 70-80 ਹਜ਼ਾਰ ਰੁਪਇਆ ਗੋਲਕ ਦਾ ਕੱਲ੍ਹ ਹੋਇਆ ਸੀ ਤੇ ਸਾਰਾ ਲੁੱਟ ਕੇ ਲੈ ਕੇ ਕੀ ਫਾਇਦਾ ਉਹਦਾ। ਵਾਹਿਗੁਰੂ ਜਾਣੀ ਜਾਣਾ, ਆਪੇ ਉਹਨੂੰ ਬੋਲੇਗਾ, ਪਰ ਉਹਨੂੰ ਕਾਰਵਾਈ ਸਖਤ ਹੋਣੀ ਚਾਹੀਦੀ ਹੈ। ਬਹੁਤਾ ਗੁੱਸਾ ਸਾਨੂੰ ਇਹਨਾਂ ਲੁੱਟਣ ਵਾਲਿਆਂ ਦਾ, ਲਟੇਰੇ ਨੂੰ ਤਾਂ ਫੜ ਕੇ ਫਾਂਸੀ ਦੇਣੀ ਚਾਹੀਦੀ ਹੈ ਤੇ ਤਾਂ ਸਖਤ ਕਾਰਵਾਈ। ਜੇ ਪੁਲਿਸ ਨਹੀਂ ਕਰਦੀ ਤਾਂ ਫਿਰ ਸਾਡੇ ਹਵਾਲੇ ਦੇਣ, ਅਸੀਂ ਤਾਂ ਕੁਝ ਕਰ ਸਕਦੇ ਹਾਂ ਨਾ। ਬਿਲਕੁਲ ਐਸੇ ਇੰਸੀਡੈਂਟ ਆਪਾਂ ਵੇਖੇ ਵੀ ਹੈਗੇ ਪਹਿਲੇ ਕਿ ਜਦੋਂ ਇੱਕ ਆਸ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਤੋਂ ਕਿ ਆਪਾਂ ਐਸੇ ਇੰਸੀਡੈਂਟ ਦੇ ਉੱਪਰ ਕੁਝ ਪ੍ਰਤੀਕਿਰਿਆ ਨਿਕਲ ਕੇ ਸਾਹਮਣੇ ਆਏ, ਲੇਕਿਨ ਜਦ ਕੁਝ ਨਹੀਂ ਹੁੰਦਾ ਫਿਰ ਬਾਅਦ ਹੀ ਕਿਧਰੇ ਆਪਾਂ ਖੋ ਕੇ ਫਿਰ ਆਪਾਂ ਦੇਖਦੇ ਵੀ ਹਾਂ ਕਿ ਕੈਸੇ ਇੰਸੀਡੈਂਟ ਸਾਹਮਣੇ ਆਉਂਦੇ ਨੇ। ਆਪ ਜੀ ਦਾ ਵੀ ਮੈਂ ਜੀ ਆਇਆਂ ਨੂੰ ਕਰਦਾ ਹਾਂ ਚੈਨਲ ਦੇ ਉੱਤੇ। ਕੀ ਵੇਖਦੇ ਹੋ ਅੱਜ ਦੇ ਇੰਸੀਡੈਂਟ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅਸੀਂ ਤਾਂ ਹੁਣੇ ਆਏ ਸੀ ਤੇ ਮੈਨੂੰ ਲੱਗਦਾ ਮੋਸਟ ਆਫ ਜਿਹੜੀ ਸੰਗਤ ਹੈ ਉਹ ਕੱਲ੍ਹ ਚਲੀ ਗਈ ਸੀ ਤੇ ਸ਼ਾਮ ਨੂੰ ਮਤਲਬ 5 ਵਜੇ ਤੋਂ ਬਾਅਦ ਓਬਵੀਅਸਲੀ ਸਫਾਈ ਕਰਕੇ ਸਾਰਾ ਮਤਲਬ ਸਮੇਟ ਕੇ ਆਪਣੇ ਲੋਕ ਚਲੇ ਜਾਂਦੇ ਨੇ। ਬਟ ਸਟਿਲ ਇੱਕ ਬੰਦਾ ਬਾਹਰੋਂ ਆਉਂਦਾ ਹੈ, ਖਿੜਕੀ ਖੋਲ੍ਹਦਾ ਹੈ ਔਰ ਰੈਕੀ ਕਰਕੇ ਜਾਂਦਾ ਹੈ। ਉਹਨੂੰ ਪਤਾ ਵੀ ਹੈ CCTV ਲੱਗੇ ਦਾ ਹੈ, ਉਹਦੇ ਬਾਵਜੂਦ ਉਹ ਜਿਹੜੇ ਆਪਣੇ ਜੋੜੇ ਲੈ ਕੇ ਅੰਦਰ ਜਾਂਦਾ। ਸਭ ਤੋਂ ਵੱਡੀ ਤਾਂ ਬੇਅਦਬੀ ਉਹੀ ਹੈ। ਐਂਡ ਇਹ ਤਾਂ ਸਾਡੀ ਸਿੱਖਾਂ ਦੀ ਮਤਲਬ ਸਾਡੇ ਵਾਸਤੇ ਤਾਂ ਬੜਾ ਹੀ ਸ਼ੇਮਫੁਲ ਹੈ ਕਿ ਕੋਈ ਗੁਰੂ ਸਾਹਿਬ ਦੇ ਅੰਦਰ ਜਾਂਦਾ, ਉਹ ਵੀ ਚੱਪਲਾਂ ਲੈ ਕੇ ਜਾਂਦਾ ਹੈ ਤੇ ਇਹ ਜਿਹੜਾ ਮੋਸਟ ਪੇਨਫੁਲ ਦਿੰਦਾ ਹੈ ਨਾ। ਤੇ ਦੂਸਰੀ ਗੱਲ ਹੈ ਜਿਹੜੀ ਗੋਲਕ ਲੈ ਗਿਆ, ਇਹ ਕੋਈ ਐਡਾ ਵੱਡਾ ਗੁਰਦੁਆਰਾ ਸਾਹਿਬ ਨਹੀਂ ਹੈਗਾ ਕਿ ਜਿਹੜਾ ਅਸੀਂ ਰੋਸ਼ ਨਹੀਂ ਕਰਾਂਗੇ। ਸਾਡੀ ਜਿਹੜੀ ਸਿੱਖ ਸੰਗਤ ਹੈ, ਉਹਨਾਂ ਦੀ ਜਿੰਨੀਆਂ ਭੇਡਾਂ ਹੈ, ਲੰਗਰ ਹੈ, ਗੁਰਦੁਆਰੇ ਦੀ ਬਿਲਡਿੰਗਸ ਹੈ, ਸਭ ਕੁਝ ਉਹਦੀ ਫੰਡਿੰਗ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਵਿਸਾਖੀ ਦੇ ਜਾਂ ਵੱਡੇ ਪ੍ਰੋਗਰਾਮਾਂ ਕਰਕੇ ਹੀ ਚੱਲਦੀ ਹੈ। ਹੁਣ ਤੁਸੀਂ ਉਹ ਵੀ ਲੈ ਜਾਓਗੇ ਤੇ ਫਿਰ ਸਾਡੀ ਸਿੱਖ ਸੰਗਤ 'ਚ ਤਾਂ ਰੋਸ਼ ਆਏਗਾ ਹੀ, ਕਿਉਂਕਿ ਸਾਡੇ ਸੇਵਾਦਾਰਾਂ ਦੇ ਪੈਸੇ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਇਹ ਚਾਹੀਦਾ ਹੈ ਕਿ ਉਹ ਦੇਖੇ, ਇਸ ਚੀਜ਼ ਨੂੰ ਦੇਖੇ। ਐਂਡ ਜਿੱਦਾਂ ਅੰਕਲ ਨੇ ਕਿਹਾ ਹੈ ਕਿ ਇੱਥੇ ਆਲਰੇਡੀ ਪਹਿਲੇ ਇੱਦਾਂ ਦੀਆਂ ਵਾਰਦਾਤਾਂ ਹੋਈਆਂ, ਲੇਡੀਜ਼ ਨਾਲ ਹੋਈਆਂ। ਬੜੀ ਵਾਰ ਹੈ ਕਿ ਲੋਕਾਂ ਦੇ ਘਰਾਂ 'ਚੋਂ ਲੋਕ ਚੋਰੀ ਕਰ ਲੈਂਦੇ ਨੇ। ਰਾਤ ਨੂੰ 1 ਵਜੇ ਕਿਸੇ ਦਾ ਗੁਰਦੁਆਰੇ ਸਾਹਿਬ ਆਉਣਾ, ਇਹ ਤਾਂ ਹੈ ਨਹੀਂ ਕਿ ਅਸੀਂ ਗੁਰਦੁਆਰੇ ਵਾਲਿਆਂ ਨੂੰ ਕਹਿ ਦਾਂਗੇ ਕਿ ਬਈ 1 ਵਜੇ ਤੁਸੀਂ ਜਾਗੋ, ਤਾਂ ਕੋਈ ਨਹੀਂ ਹੈ। ਭਾਈ ਜੀ ਨੇ ਵੀ 4 ਵਜੇ ਉੱਠਣਾ ਹੁੰਦਾ, ਉਹ ਤੋਂ ਪਹਿਲੇ ਉਹ ਜਿਹੜਾ ਹੈ ਬੜਾ ਟਾਈਮਿੰਗ ਨੋਟ ਕਰਕੇ ਉਸ ਬੰਦੇ ਨੇ ਕੀਤਾ ਹੈ। ਜਿੱਦਾਂ ਕਹਿ ਰਹੇ ਨੇ ਪੁਲਿਸ ਵਾਲੇ ਨੇ ਉਹਨੂੰ ਰਿਕਗਨਾਈਜ਼ ਕੀਤਾ ਹੈ ਤਾਂ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਓਬਵੀਅਸਲੀ ਉਹਨੂੰ ਪੁੱਟ ਇਨ ਦਾ ਵਾਰਸ ਸੋ ਦੈਟ ਕਿ ਸਾਡੀ ਸਿੱਖ ਸੰਗਤ ਜਿਹੜੀ ਹੈ ਉਹ ਅਸੀਂ ਸੜਕਾਂ 'ਤੇ ਨਾ ਆਈਏ। ਐਟਲੀਸਟ ਇਹ ਬਹੁਤ ਹੀ ਦੁਖਦ ਹੈ ਕਿ ਕੋਈ ਜੋੜੇ ਲੈ ਕੇ ਜਾਂਦਾ ਹੈ ਤੇ ਅਗਰ ਉਹ ਬੇਅਦਬੀ ਕਰ ਦਿੰਦਾ ਤਾਂ ਵੀ ਅਸੀਂ ਕੀ ਕਰਦੇ ਹਾਂ ਕਿ ਉਹਨੂੰ ਜਦ ਉਹਦਾ ਫੜਾਂਗੇ, ਫੜਨ ਤੋਂ ਬਾਅਦ ਰਿਲੀਜ਼ ਕਰ ਦਿੱਤਾ ਜਾਂਦਾ ਹੈ ਤੇ ਥੋੜ੍ਹੇ ਟਾਈਮ ਤੋਂ ਬਾਅਦ ਕੀ ਹੋਏਗਾ, ਉਹ ਦੁਬਾਰਾ ਕਰੇਗਾ। ਓਬਵੀਅਸਲੀ ਜਿਹਨੇ ਅੱਜ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਕੀਤਾ ਉਹ ਇੱਥੇ ਤਾਂ ਨਹੀਂ ਕੀਤਾ ਹੋਗਾ, ਉਹਨੇ ਕਿਤੇ ਹੋਰ ਵੀ ਕੀਤਾ ਹੈ। ਜਿਹੜੀ ਉਹਦੀ ਇੰਨੀ ਤਾਕਤ ਹੈ ਕਿ ਉਹ ਇੱਥੇ ਆ ਗਿਆ, ਉਹਨੇ ਕੀਤਾ ਹੈ ਔਰ ਪੁਲਿਸ ਉਹਨੂੰ ਫੜੇਗੀ, ਫਿਰ ਉਹਨੂੰ ਛੱਡੇਗੀ, ਉਹ ਕਿਤੇ ਜਾ ਕੇ ਹੋਰ ਕਰੇਗਾ। तो ये ऑब्वियसली डिसअपॉइंटिंग है, बहुत ज़्यादा डिसअपॉइंटिंग है। तो एडमिनिस्ट्रेशन ਨੂੰ ਚਾਹੀਦਾ ਹੈ
ਕਿ ਉਹ ਕਰੇ। ਅਗਰ ਨਹੀਂ ਕਰੇਗੀ ਤਾਂ ਓਬਵੀਅਸਲੀ ਜਿੱਦਾਂ ਸਾਡੇ ਸਾਰੇ ਜਿਹੜੇ ਮੇਰੇ ਨੇ ਸੈਕਟਰੀ ਸਾਹਿਬ, ਪ੍ਰਧਾਨ ਸਾਹਿਬ ਜਿੱਦਾਂ ਕਹਿਣਗੇ ਅਸੀਂ ਉਹਨਾਂ ਦੇ ਅਕੋਰਡਿੰਗ ਜਿਹੜੇ ਆ ਅਸੀਂ ਆਪ ਜਾਵਾਂਗੇ, ਅਸੀਂ SSP ਜਿਹੜੇ DSP ਸਾਹਿਬ ਸਾਰਿਆਂ ਨਾਲ ਗੱਲ ਕਰਕੇ ਇਹਨੂੰ ਦੇਖਾਂਗੇ। ਔਰ ਅਗਰ ਨਹੀਂ ਕਰਦੇ ਤਾਂ ਫਿਰ ਸਾਡੀ ਸਾਰੀ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਸਾਡੇ ਨਾਲ ਖੜੇ ਹੋਣ ਔਰ ਇਸ ਮੁੱਦੇ ਨੂੰ ਦੇਖਣ, ਕਿਉਂਕਿ ਇਹ ਇਕੱਲੇ ਇੱਕ ਗੁਰਦੁਆਰਾ ਸਾਹਿਬ ਦੀ ਗੱਲ ਨਹੀਂ ਹੈਗੀ, ਇਹ ਕਿਸੇ ਵੀ ਗੁਰਦੁਆਰਾ ਸਾਹਿਬ 'ਚ। ਔਰ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਅੰਮ੍ਰਿਤਸਰ ਹੋਏ ਕਿਤੇ ਵੀ ਹੋਏ ਇਹ ਬੇਅਦਬੀ ਹੋ ਰਹੀ ਹੈ, ਇਹ ਬੇਅਦਬੀਆਂ ਸਾਰੀ ਜਗ੍ਹਾ ਹੋ ਰਹੀਆਂ ਹੈ। ਔਰ ਸਾਰੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਤੋਂ ਬਾਅਦ ਜਿੰਨੀਆਂ ਘਟਨਾਵਾਂ ਹੋਈਆਂ, ਠੀਕ ਹੈ, ਪੰਜਾਬ ਸਰਕਾਰ ਤੋਂ ਲੈ ਕੇ ਐਕਸ਼ਨਸ ਲਿੱਤੇ ਜਾਂਦੇ ਨੇ, ਕਈ ਵਾਰ ਨਹੀਂ ਵੀ ਲਿੱਤੇ ਜਾਂਦੇ, ਔਰ ਲਿੱਤੇ ਵੀ ਜਾਂਦੇ ਨੇ ਉਹਦੇ ਬਾਅਦ ਛੱਡ ਦਿੱਤੇ ਜਾਂਦੇ ਨੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਰੋਸ਼ ਹੈ ਇਸ ਵੇਲੇ ਸੰਗਤ ਦੇ ਉੱਪਰ। ਕੁਐਸਚਨ ਸਿਰਫ ਇੱਕੋ ਹੈ ਜੋ ਮੈਂ ਅਖੀਰ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਕਹਿਣਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਕਈ ਇੰਸੀਡੈਂਟ ਵੇਖੇ ਹੈਗੇ ਨੇ ਕਿ ਜਦੋਂ ਐਡਮਿਨਿਸਟ੍ਰੇਸ਼ਨ ਕੁਝ ਕਰਦੀ ਨਹੀਂ ਹੈ, ਫਿਰ ਲੋਕਲਸ ਜਿਹੜੇ ਅੱਗੇ ਆ ਕੇ ਕੁਝ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਫਿਰ ਕੀਆਂ ਚੈਨਲਸ ਵਿਜ਼ੂਲਾਈਜ਼ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਿੱਧਾ ਸਵਾਲ ਐਡਮਿਨਿਸਟ੍ਰੇਸ਼ਨ ਨੂੰ ਇੱਕੋ ਹੈ ਕਿ ਸਭ ਤੋਂ ਪਹਿਲਾਂ ਜੇਕਰ ਪਤਾ ਸੀ ਕਿ ਅਗਰ ਉਹ ਐਸਾ ਨਸ਼ੇ ਦੇ ਵਿੱਚ ਧੁੱਤ ਬੰਦਾ ਪਹਿਲੇ ਵਾਰਦਾਤਾਂ ਕਰ ਚੁੱਕਿਆ ਤੇ ਉਹਨੂੰ ਅੱਜ ਤੱਕ ਰਿਕੋਗਨਾਈਜ਼ ਕਿਉਂ ਨਹੀਂ ਕੀਤਾ ਗਿਆ? ਉਹਨੂੰ ਤਾਂ ਪਹਿਲਾਂ ਪੂਰਾ ਸੰਗਤਾਂ ਦੇ ਸਾਹਮਣੇ, ਕਿ ਮੈਂ ਕਹਾਂਗਾ ਪੂਰੀ ਸੁਸਾਇਟੀ ਦੇ ਸਾਹਮਣੇ ਵਿਜ਼ੂਲਾਈਜ਼ ਕਰਨਾ ਚਾਹੀਦਾ ਹੈ ਤਾਂ ਕਿ ਉਸਦਾ ਚਿਹਰਾ ਜਿਹੜਾ ਸਿੱਖ ਸੰਗਤ ਦੇ ਵੱਲ ਨਹੀਂ ਬਲਕਿ ਇਸ ਸਾਡੀ ਸੁਸਾਇਟੀ ਦੇ ਵਿੱਚ ਵਸਦੇ ਵੱਖਰੇ ਵੱਖਰੇ ਧਰਮਾਂ ਦੇ ਸਾਹਮਣੇ ਵੀ ਹੋਏ, ਤਾਂ ਕਿ ਉਹ ਜਿੱਧਰ ਵੀ ਲੱਭੇ ਤੇ ਉਹ ਇੱਕ ਕਿਸਮ ਦਾ ਅਲਰਟ ਰਹਿਣ ਕਿ ਹਾਂ ਬਈ ਇਹ ਸ਼ਖਸ ਹੈ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਅਗਰ ਵਕਤ ਰਹਿੰਦਿਆਂ ਇਸ ਚੀਜ਼ ਦੇ ਉੱਪਰ ਰਹਿਣਾ ਚਾਹੀਦਾ ਤਾਂ ਮੈਂ ਹੱਥ ਜੋੜ ਕੇ ਅਪੀਲ ਵੀ ਕਰਦਾ, ਜਿਵੇਂ ਭੈਣ ਜੀ ਹੋਰੀ ਕਹਿ ਰਹੇ ਸਨ ਕਿ ਇਹ ਛੋਟਾ ਗੁਰਦੁਆਰਾ ਸਾਹਿਬ ਹੈ, ਲੇਕਿਨ ਗੁਰੂ ਮਹਾਰਾਜ ਜੀ ਆਪਣੇ ਆਪ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਇੱਕ ਸਿੱਕਾ 1.25 ਲੱਖ ਦੇ ਬਰਾਬਰ ਹੈ। ਹੁਣ ਚਾਹੀਦਾ ਕਿ ਸਾਰੀ ਕਮੇਟੀਆਂ ਨੂੰ, ਜਿੰਨੀ ਵੀ ਸਾਡੀ ਡਿਸਟ੍ਰਿਕਟ ਕਮੇਟੀਆਂ ਹੈਗੀਆਂ ਨੇ, ਉਹ ਫਰੰਟ ਦੇ ਉੱਤੇ ਆਉਣ ਤੇ ਬੇਹੱਦ ਜ਼ਰੂਰੀ ਤੌਰ ਤੇ ਇਸ ਮੁੱਦੇ ਨੂੰ ਦੇਖਣ ਔਰ ਐਡਮਿਨਿਸਟ੍ਰੇਸ਼ਨ ਤੱਕ ਕੰਨਾਂ ਤੱਕ ਆਵਾਜ਼ ਵੀ ਪਹੁੰਚਾਉਣ ਕਿ ਇਸ ਇੰਸੀਡੈਂਟ ਦੇ ਉੱਪਰ ਵੱਧ ਤੋਂ ਵੱਧ ਅੱਗੇ ਆ ਕੇ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਤਾਂ ਕਿ ਆਪਾਂ ਵੀ ਵੱਧ ਤੋਂ ਵੱਧ ਇਸ ਇੰਸੀਡੈਂਟ ਨੂੰ ਤੁਹਾਡੇ ਸਾਹਮਣੇ ਕਰਾਂਗੇ ਕਿ ਕੀ ਅਪਡੇਟ ਨਿਕਲ ਕੇ ਆਉਂਦੀ ਹੈ। ਅਗਲਾ ਜਿਹੜਾ ਸਵਾਲ ਦਾ ਜਵਾਬ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੀ ਆਉਣਾ ਚਾਹੀਦਾ ਹੈ। ਇੰਨਾ ਹੀ ਕਹਿੰਦਾ ਹੋਇਆ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਦੁੱਖ ਭਰੇ ਦਿਲ ਦੇ ਨਾਲ ਅੱਜ ਇਹ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ, ਕਿਉਂਕਿ ਜਦੋਂ ਫੁਟੇਜ ਸਾਡੇ ਸਾਹਮਣੇ ਆਈ ਹੈ ਆਪਾਂ ਆਪਣਾ ਫਰਜ਼ ਨਿਭਾਉਂਦੇ ਹੋਏ ਸਾਰੇ ਦਰਸ਼ਕਾਂ ਤੱਕ ਪਹੁੰਚਾਉਣੀ ਹੈ, ਤਾਂ ਕਿ ਕਿਧਰੇ ਨਾ ਕਿਧਰੇ ਉਹ ਐਡਮਿਨਿਸਟ੍ਰੇਸ਼ਨ ਦੇ ਕੰਨ ਨੂੰ ਵੀ ਇਹ ਜਿਹੜੀ ਆਵਾਜ਼ ਸਾਡੀ ਪੁੱਜੇ। ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਪੈਰ ਧੋ ਕੇ ਆਪਣੇ ਜਰਾਬ ਜਰੂ ਬੂਟ ਪਰ ਸਾਰਾ ਕੁਝ ਬਾਹਰ ਹੁੰਦਾ ਹੈ, ਲੇਕਿਨ ਉਹ ਸਨੇ ਬੂਟੇ ਅੰਦਰ ਗਿਆ, ਜਿਹੜੇ ਬੂਟ ਪਾ ਕੇ ਗਿਆ ਬੇਅਦਬੀ, ਉਹ ਵੀ ਕੁਝ ਵੀ ਕਰ ਸਕਦਾ ਸੀ। ਇਸ ਕਰਕੇ ਸਾਡਾ ਬਹੁਤ ਜ਼ਿਆਦਾ, ਅਸੀਂ ਅੱਜ ਨਹੀਂ ਕੋਈ ਕਾਰਵਾਈ ਹੋਈ ਤੇ ਅੱਗੇ ਕੱਲ ਨੂੰ ਅਸੀਂ ਰੋਡ ਵੀ ਬੰਦ ਕਰ ਸਕਦੇ, ਮੁਜ਼ਾਹਰਾ ਵੀ ਕਰ ਸਕਦੇ। ਤੇ ਗੋਲਕ ਤੋਂ ਨੂੰ ਪਹਿਲੇ ਹੀ ਪਤਾ ਸੀ ਕਿ ਇੱਥੇ ਗੋਲਕ ਪਈ ਹੋਈ ਹੈ, ਤੇ ਉਹ ਗੋਲਕ ਜਿਹੜੀ ਹੈ ਉਹਨੂੰ ਭਾਰੀ ਵੀ ਸੀ, ਲੇਕਿਨ ਉਹ ਚੁੱਕ ਲੈਂਦਾ ਤੇ ਮੇਨ ਗੇਟ ਤੋਂ ਲੈ ਕੇ ਤੇ ਥੱਲੇ ਸੱਟ ਦਿੰਦਾ ਤੇ ਬਾਅਦ 'ਚ ਚੁੱਕ ਕੇ ਤੇ ਲੈ ਜਾਂਦਾ। ਕਿ ਅਗਰ ਪੁਲਿਸ ਨੂੰ ਪਹਿਲੇ ਵੀ ਪਤਾ, ਪਹਿਲੇ ਵੀ ਉਹਨੇ ਇੱਕ ਅੱਧੇ ਵਾਰੀ ਪਕੜਿਆ ਉਹਨੂੰ, ਫਿਰ ਉਹਨੂੰ ਤੁਸੀਂ ਰਿਲੀਜ਼ ਕਿਉਂ ਕਰਦੇ ਹੋ? ਤਾਂ ਕਿ ਉਹ ਹੋਰ ਗੁਰਦੁਆਰਿਆਂ 'ਚ ਜਾਣ, ਹੋਰ ਮੰਦਿਰਾਂ 'ਚ ਜਾਣ, ਬੇਅਦਬੀ ਕਰੇ। ਅਸੀਂ ਕੱਲ੍ਹ ਜੋ ਵਿਸਾਖੀ ਦਾ ਦਿਨ ਸੀ ਬੜੇ ਖੁਸ਼ੀਆਂ ਅਤੇ ਚਾਅ ਨਾਲ ਮਨਾ ਰਹੇ ਸੀ। ਪੂਰਾ ਲੰਗਰ ਸਮਾਪਤੀ ਹੋਣ ਤੋਂ ਬਾਅਦ ਸਾਡੀ ਸੰਗਤ ਜਿਹੜੀ ਹੈ, ਸੇਵਾਦਾਰ ਜਿਹੜੇ ਨੇ, ਉਹ ਬਰਤਨ ਵਗੈਰਾ ਦੀ ਸਫਾਈ ਕਰ ਰਹੇ ਸਨ। ਇਨ ਦਾ ਮੀਨ ਟਾਈਮ ਜਿਹੜਾ ਛਾਤਰ ਚੋਰ ਹੈ, ਉਹ ਮੌਕੇ ਦਾ ਫਾਇਦਾ ਦੇਖਦੇ ਹੋਏ ਸਭ ਤੋਂ ਪਹਿਲੇ 5-5:30 ਵਜੇ ਉਸਨੇ ਇੱਕ, ਜਿਸ ਦੇ ਵਿੱਚ ਅਸੀਂ ਪਿੰਗਲਵਾੜੇ ਦੀ ਮਾਇਆ ਸੰਗਤ ਪਾਉਂਦੀ ਹੈ, ਉਸ ਨੂੰ ਮੌਕੇ ਦਾ ਫਾਇਦਾ ਦੇਖ ਕੇ ਉਸਨੇ ਉਹ ਤੋੜੀ ਹੈ। ਉਸ ਤੋਂ ਬਾਅਦ ਫਿਰ ਰਾਤ ਨੂੰ ਤਕਰੀਬਨ ਉਹ 1 ਵਜੇ ਆਇਆ, ਸਕੂਟੀ ਤੇ ਆਇਆ। ਅਸੀਂ ਗੌਰਮੈਂਟ ਨੂੰ ਅਪੀਲ ਕਰਦੇ ਹਾਂ, ਇਹ 2 ਹੱਥ ਜੋੜ ਕੇ, ਕੱਲ ਇਹ ਨਾ ਹੋਏ ਕਿ ਕੱਲ ਸਾਡੇ ਤੇ ਗੁੱਸੇ ਹੋਣ ਕਿ ਅਸੀਂ ਰੈਸ਼ ਹੋ ਜਾਈਏ, ਬਾਹਰ ਸੜਕਾਂ ਤੇ ਆਈਏ। ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਫੜਨ ਤੇ ਸਾਡੇ ਕੋਲ ਲਿਆਉਣ, ਅਸੀਂ ਫਿਰ ਦੇਖਾਂਗੇ ਕੀ ਹੋਇਆ। ਇੱਥੇ ਵਿਸਾਖੀ ਪਰ ਇੱਥੇ ਕੰਮ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਇੱਥੇ ਕਿੰਨੀਆਂ ਲੋਕਾਂ ਦੀਆਂ ਲੇਡੀਜ਼ ਇੱਥੇ ਸੈਰ ਕਰਨ ਆਉਂਦੀਆਂ ਸਨ, ਉਹਨਾਂ ਦੀਆਂ ਗਾਨੀਆਂ ਚੋਰੀਆਂ ਹੋ ਰਹੀਆਂ। 70-80 ਹਜ਼ਾਰ ਰੁਪਇਆ ਗੋਲਕ ਦਾ ਕੱਲ੍ਹ ਹੋਇਆ ਸੀ, ਤੇ ਸਾਰਾ ਲੁੱਟ ਕੇ ਲੈ ਕੇ ਕੀ ਫਾਇਦਾ ਉਹਦਾ? ਵਾਹਿਗੁਰੂ ਜਾਣੀ ਜਾਣਾ, ਆਪੇ ਉਹਨੂੰ ਬੋਲੇਗਾ, ਪਰ ਉਹਨੂੰ ਕਾਰਵਾਈ ਸਖਤ ਹੋਣੀ ਚਾਹੀਦੀ ਹੈ। ਸਾਡੀ ਜਿਹੜੀ ਸਿੱਖ ਸੰਗਤ ਹੈ, ਉਹਨਾਂ ਦੀ ਜਿੰਨੀਆਂ ਭੇਡਾਂ ਹੈ, ਲੰਗਰ ਹੈ, ਗੁਰਦੁਆਰੇ ਦੀ ਬਿਲਡਿੰਗਸ ਹੈ, ਸਭ ਕੁਝ ਉਹਦੀ ਫੰਡਿੰਗ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਵਿਸਾਖੀ ਦੇ ਜਾਂ ਵੱਡੇ ਪ੍ਰੋਗਰਾਮਾਂ ਕਰਕੇ ਹੀ ਚੱਲਦੀ ਹੈ। ਹੁਣ ਤੁਸੀਂ ਉਹ ਵੀ ਲੈ ਜਾਓਗੇ ਤੇ ਫਿਰ ਸਾਡੀ ਸਿੱਖ ਸੰਗਤ 'ਚ ਤਾਂ ਰੋਸ਼ ਆਏਗਾ ਹੀ, ਕਿਉਂਕਿ ਸਾਡੇ ਸੇਵਾਦਾਰਾਂ ਦੇ ਪੈਸੇ, ਸਾਡੀ ਐਡਮਿਨਿਸਟ੍ਰੇਸ਼ਨ ਨੂੰ ਇਹ ਚਾਹੀਦਾ ਹੈ ਕਿ ਉਹ ਦੇਖੇ, ਇਸ ਚੀਜ਼ ਨੂੰ ਦੇਖੇ